देखो पार्टी के दिन तो माड़े चंगे आते रहते होंगे, चंगे दिन भी आते माड़े दिन भी आते। जो चंगे दिन आते उदों तो असीं कहने भी साडा प्रधान जां कोई लीडर जिहड़ा भी हैगा पार्टी का मुखी उन्हें बहुत काम किया। वेखो जी बल्ले बल्ले उन्हें पार्टी दोबारा सत्ता च लियाती, बहुत मेहनत की है, बड़ा तकड़ा बंदा साडा। तो जे किसी कारण पार्टी हार भी गई, असीं वजीरियां भी सारिਆਂ ने माणीਆਂ, MLA भी असीं सारे सी, चौधरा भी असीं सारिਆਂ ने कीतियां ਜਿਹੇ ਜਿਹੀ ਕਿਸੇ ਕੋਲ ਸੀਗੀ। ਤੇ ਜੇ ਹਾਰ ਦੀ ਜ਼ਿੰਮੇਵਾਰੀ ਇੱਕ ਬੰਦੇ ਤੇ ਠੁਰਾਈਏ ਫਿਰ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਗੱਲ ਬਹੁਤੀ ਠੀਕ ਹੁੰਦੀ ਹੈ। 17 ਚ ਵੀ ਸਾਨੂੰ ਲੱਗਦਾ ਸੀ ਕਿ ਦੁਬਾਰਾ ਅਸੀਂ ਰਿਪੀਟ ਕਰਾਂਗੇ, ਚਲੋ 2-3 ਮੁੱਦੇ ਸੀਗੇ ਜਿਹੜੇ ਉਹ ਭਾਰੀ ਪੈ ਗਏ, ਅਸੀਂ ਪਿੱਛੇ ਰਹਿ ਗਏ। ਐਤਕੀ ਵੀ ਬਹੁਤ ਵਧੀਆ ਹਵਾ ਸੀ, ਸਾਰੀਆਂ ਇੰਟੈਲੀਜੈਂਸੀਆਂ ਦੀਆਂ ਸੀ ਵੀ ਅਕਾਲੀ ਦਲ 40 ਤੋਂ 45 ਸੀਟਾਂ ਜਿੱਤੂਗਾ। चलो हार हो गई, ठीक है, खिड़े मत्थे प्रवान लोगों का फतवा है, असीं काम बहुत कीते आ, किते न किते काम करदे तो गलतियां भी हो गई होणगीਆਂ, काम रह भी गए होंगे, असीं मंनदे आ, मैं तो मंनदा भी सानूं लोगों का फतवा मनना चाहिए। जे पार्टी तो किते गलतियां होईਆਂ सानूं वो ठीक करनियां चाहिए, मैं तो कहना है गल, मैनूं कोई इस गल दे विच कहण दे गुरेज नहीं हैगा। पर जे बाहर जाके असीं अखबारां दे विच पार्टी दे बयानबाजी करिए जां जाके स्पीकरां ते बोलीए जां असीं वीडियो पाईए, वो मैनूं नहीं लगता भी कोई चंगी गल। फिर बंदा पार्टी का हमदर्द नहीं होंदा, वो पार्टी को नीवी दिखानी चाहता है, पार्टी का नुकसान करना चाहता है, जां किसी विशेष लीडर नाल उहदी बनदी नहीं हुंदी उहनूं नुकसान करना चाहता है। ये उस तक की गल नहीं बर्दाश्त की जाऊगी पार्टी दे विच। देण जा रहे हो ਜਿਹੜੇ 4 ਲੀਡਰਾਂ ਦੀ ਤੁਸੀਂ ਗੱਲ ਕਰ ਰਹੇ ਹੋ, ਇਹਨਾਂ ਨੂੰ ਕੋਈ ਸਪਸ਼ਟੀਕਰਨ ਦਾ ਨੋਟਿਸ ਦੇਣ ਜਾ ਰਹੇ ਹੋ, ਕਾਰਨ ਦੱਸੋ ਨੋਟਿਸ ਜਿਹੜੇ ਹੁੰਦੇ ਨੇ ਉਹ ਭੇਜਣ ਜਾ ਰਹੇ ਹੋ ਕਿ ਹਾਂ ਤੁਸੀਂ ਵੀ ਆਪਣੀ ਸਫਾਈ ਪੇਸ਼ ਕਰੋ, ਕਿਉਂਕਿ ਤੁਸੀਂ ਕਹਿ ਰਹੇ ਹੋ ਸ਼ਿਕਾਇਤਾਂ ਆਈਆਂ ਨੇ, ਸ਼ਿਕਾਇਤਾਂ ਦੇ ਉੱਪਰ ਚਰਚਾ ਵੀ ਹੋ ਗਈ ਹੈ। ਇਹਨਾਂ ਵਿੱਚੋਂ ਕਿ ਇਹੋ ਜਿਹੇ ਲੀਡਰ ਵੀ ਨੇ ਜਿਨ੍ਹਾਂ ਤੋਂ ਕਿਸੇ ਤਰ੍ਹਾਂ ਦਾ ਸਪਸ਼ਟੀਕਰਨ ਨਹੀਂ ਮੰਗਿਆ ਜਾਊਗਾ, ਸਿੱਧੀ ਕਾਰਵਾਈ ਦੀ ਸਿਫਾਰਿਸ਼ ਕੀਤੀ ਜਾਊਗੀ ਪਾਰਟੀ ਪ੍ਰਧਾਨ। ठीक आपकी गल दसदा, किसी वे चलो कोई गल गुस्से च कढ़ भी बैठा तो असीं कोशिश करांगे पार्टी के नाल जोड़न दी, बंदे तोड़न दी नहीं करते। वो मर्जी है, फिर जे किसी बंदे ने नहीं रहना तो उसकी मर्जी होगी, साडी कोशिश नहीं होगी कि बिना वजह बंदे नूं भजाउण। ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ ਔਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨ ਨੂੰ ਲੈ ਕੇ, ਖਾਸ ਕਰਕੇ ਪਾਰਟੀ ਦੇ ਅਨੁਸ਼ਾਸਨ ਨੂੰ ਲੈ ਕੇ ਹੁਣ ਕਾਫੀ ਗੰਭੀਰ ਨਜ਼ਰ ਆ ਰਿਹਾ ਹੈ। ਅੱਜ ਵੀ ਇੱਕ ਬੈਠਕ ਹੋਈ ਹੈ ਜਿਸ ਦੇ ਵਿੱਚ ਗੰਭੀਰ ਮਸਲਿਆਂ ਦੇ ਉੱਪਰ ਚਰਚਾ ਹੋਈ ਹੈ, ਕਿਉਂਕਿ ਹੁਣ ਸਪਸ਼ਟ ਲਫ਼ਜ਼ਾਂ ਦੇ ਵਿੱਚ ਆਗੂਆਂ ਨੂੰ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਜਿਹੜਾ ਵੀ ਆਗੂ ਪਾਰਟੀ ਦਾ ਅਨੁਸ਼ਾਸਨ ਭੰਗ ਕਰੇਗਾ ਉਸ ਦੇ ਖਿਲਾਫ ਕਾਰਵਾਈ ਹੋਊਗੀ। ਸਿਕੰਦਰ ਸਿੰਘ ਮਲੂਕਾ ਸਾਡੇ ਨਾਲ ਨੇ, ਗੱਲਬਾਤ ਕਰਨੇ ਆ। ਮਲੂਕਾ ਸਾਹਿਬ, ਅੱਜ ਇੱਕ ਵੱਡੀ ਬੈਠਕ ਹੋਈ ਅਨੁਸ਼ਾਸਨ ਕਮੇਟੀ ਦੀ, ਕੀ ਕੁਝ ਚਰਚਾ ਹੋਈ ਹੈ ਔਰ ਜਿਸ ਢੰਗ ਦੇ ਨਾਲ ਕਮੇਟੀ ਨੇ ਫੈਸਲਾ ਲਿਆ ਕਿ ਹੁਣ ਕੋਈ ਵੀ ਅਨੁਸ਼ਾਸਨ ਭੰਗ ਕਰੂਗਾ ਉਸ ਦੇ ਖਿਲਾਫ ਕਾਰਵਾਈ ਹੋਊਗੀ, ਕੀ ਕੁਝ ਚਰਚਾ ਹੋਈ ਹੈ? ਥੋੜੇ ਇਸ ਦੇ ਬਾਰੇ ਦੱਸੋ। ਪਹਿਲਾਂ ਮੈਂ ਤੁਹਾਨੂੰ ਅਤੇ ਦੈਨਿਕ ਸਵੇਰਾ ਦੇ ਸਾਰੇ ਸਰੋਤਿਆਂ ਨੂੰ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਬੁਲਾਉਣਾ। ਦੂਜੀ ਗੱਲ, ਜਦੋਂ ਪਿੱਛੇ ਜੇ ਇੱਕ ਤੁਹਾਡੇ ਚਰਚਾ ਚ ਆਉਂਦੀ ਰਹੀ ਹੈ, ਤੁਹਾਨੂੰ ਵੀ ਪਤਾ ਹੈ ਕਿ ਵੱਡੀ ਹਾਰ ਤੋਂ ਬਾਅਦ ਇੱਕ ਝੁੰਦਾ ਕਮੇਟੀ ਬਣਾਈ ਗਈ ਸੀ 13 ਬੰਦਿਆਂ ਦੀ। ਉਹਨੂੰ ਸੀ ਕਿ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਦੇ ਗਿਲੇ ਸ਼ਿਕਵੇ ਉਹਨਾਂ ਦਾ ਪਤਾ ਕਰੋ ਤਾਂ ਕਿ ਆਪਾਂ ਦੂਰ ਕਰੀਏ ਉਹ ਗਿਲੇ ਸ਼ਿਕਵੇ, ਜਿਨ੍ਹਾਂ ਦੇ ਲੋਕਾਂ ਦੇ ਗਿਲੇ ਸ਼ਿਕਵੇ ਆਪਾਂ ਉਹ ਦੂਰ ਕਰੀਏ। ਉਹ ਕਮੇਟੀ ਫਿਰ ਥੱਲਿਓਂ ਕੋਈ 100 ਕੁ ਹਲਕੇ ਜਾ ਕੇ ਪੜਤਾਲ ਕਰਕੇ ਰਿਪੋਰਟ ਲੈ ਕੇ ਆਈ ਸੀ। ਉਹਦੇ 'ਚ 42 ਸੁਝਾਅ ਨੇ ਜਿਹੜੀ ਉਹ ਕਮੇਟੀ ਦੀ ਰਿਪੋਰਟ ਹੈ, ਅਤੇ ਸਰਬਸੰਮਤੀ ਨਾਲ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ 13 ਬੰਦਿਆਂ ਨੇ ਸਾਰੇ। ਉਹਦੇ 'ਤੇ ਫਿਰ ਵਿਚਾਰ ਵਟਾਂਦਰਾ ਕੀਤਾ ਬੜੀ ਗੰਭੀਰਤਾ ਨਾਲ। ਕੋਰ ਕਮੇਟੀ ਨੇ ਸਾਰਾ ਟਾਈਮ ਲਾਇਆ, ਸਾਰਾ ਦਿਨ, ਇੱਕ ਦਿਨ ਇਕੱਲੇ ਨੁਕਤੇ 'ਤੇ ਵਿਚਾਰ ਕੀਤਾ। ਮੈਂ ਕਹਿ ਸਕਦਾ ਕਿ ਉਹਦੇ 'ਚ 100 ਚੋਂ 90-92 ਸਿਫਾਰਿਸ਼ਾਂ ਤਾਂ ਬਿਲਕੁਲ ਬਹੁਤ ਵਧੀਆ ਨੇ, ਪਾਰਟੀ ਦੇ ਹਿੱਤ 'ਚ ਨੇ। 5-4 ਕੁਛ ਸ਼੍ਰੋਮਣੀ ਕਮੇਟੀ ਨਾਲ ਤੇ ਅਕਾਲੀ ਦਲ ਨਾਲ ਜੁੜਦੀਆਂ ਨੇ, ਉਹਨਾਂ 'ਤੇ ਅਸੀਂ ਵੀ ਕਿਵੇਂ ਕਰਨਾ ਆਪਾਂ ਇਹਨਾਂ ਨੂੰ ਸੋਚਣ ਵਾਲੀ ਗੱਲ ਹੈ। ਬਾਕੀ ਕੁੱਲ ਮਿਲਾ ਕੇ ਜ਼ਿਆਦਾ ਸਹਿਮਤੀ ਹੋਈ ਸੀਗੀ। ਉਹਦੇ ਵਿੱਚ ਹੀ ਸੀਗਾ ਕਿ ਮੁੱਢਲਾ ਢਾਂਚਾ ਕੇਰਾਂ ਸਾਰਾ ਭੰਗ ਕਰ ਦਿਓ, ਨਵਾਂ ਬਣਾਓ, ਪਾਰਟੀ ਦੀ ਡਿਸਪਲਿਨਰੀ ਕਮੇਟੀ ਬਣਾਈ ਜਾਵੇ, ਅਨੁਸ਼ਾਸਨੀ ਕਮੇਟੀ, ਪਾਰਟੀ ਦਾ ਪਾਰਲੀਮੈਂਟਰੀ ਬੋਰਡ ਬਣਾਇਆ ਜਾਵੇ। ਉਸੇ ਕੜੀ ਦੇ ਵਿੱਚ ਵੀ ਮੁੱਢਲਾ ਢਾਂਚਾ ਹੀ ਭੰਗ ਕਰਤਾ ਅਤੇ ਅਨੁਸ਼ਾਸਨੀ ਕਮੇਟੀ ਵੀ ਬਣਾਤੀ ਸੀ ਪ੍ਰਧਾਨ ਸਾਹਿਬ ਨੇ। ਅਤੇ ਹੁਣ ਜਦੋਂ ਆ ਗਏ ਉਹ ਤੁਹਾਡੇ ਸਾਹਮਣੇ ਹੋਏਗਾ ਕਿ ਉਸ ਕਮੇਟੀ ਦੀਆਂ ਕੁਛ ਸਿਫਾਰਿਸ਼ਾਂ ਵੀ ਮੈਨੂੰ ਲੱਗਦਾ ਵੀ 10-12 ਮੁੱਢਲੇ ਤੌਰ 'ਤੇ ਉਹ ਲਾਗੂ ਕਰਨਗੇ, ਫਿਰ ਹੌਲੀ ਹੌਲੀ ਮੈਨੂੰ ਲੱਗਦਾ ਕਾਫੀ ਹੋ ਜਾਣਗੀਆਂ। ਇਹ ਜਿਹੜੀ ਅੱਜ ਦੀ ਮੀਟਿੰਗ ਸੀ ਉਸੇ ਕੜੀ ਦਾ ਹਿੱਸਾ ਇੱਕ। ਵੇਖੋ ਪਾਰਟੀ ਦੇ ਦਿਨ ਤਾਂ ਮਾੜੇ ਚੰਗੇ ਆਉਂਦੇ ਰਹਿੰਦੇ ਹੁੰਦੇ ਆ, ਚੰਗੇ ਦਿਨ ਵੀ ਆਉਂਦੇ ਆ, ਮਾੜੇ ਦਿਨ ਵੀ ਆਉਂਦੇ ਆ। ਜਦੋਂ ਚੰਗੇ ਦਿਨ ਆਉਂਦੇ ਉਦੋਂ ਤਾਂ ਅਸੀਂ ਕਹਿੰਦੇ ਆ ਵੀ ਸਾਡਾ ਪ੍ਰਧਾਨ ਜਾਂ ਕੋਈ ਲੀਡਰ ਜਿਹੜਾ ਵੀ ਹੈਗਾ ਪਾਰਟੀ ਦਾ ਮੁਖੀ ਉਹਨੇ ਬਹੁਤ ਕੰਮ ਕੀਤਾ। ਵੇਖੋ ਜੀ ਬੱਲੇ ਬੱਲੇ ਉਹਨੇ ਪਾਰਟੀ ਦੁਬਾਰਾ ਸੱਤਾ 'ਚ ਲਿਆਤੀ, ਬਹੁਤ ਮਿਹਨਤ ਕੀਤੀ ਹੈ, ਬੜਾ ਤਕੜਾ ਬੰਦਾ ਸਾਡਾ। ਅਤੇ ਜੇ ਕਿਸੇ ਕਾਰਨ ਪਾਰਟੀ ਹਾਰ ਵੀ ਗਈ, ਅਸੀਂ ਵਜ਼ੀਰੀਆਂ ਵੀ ਸਾਰਿਆਂ ਨੇ ਮਾਣੀਆਂ, MLA ਵੀ ਅਸੀਂ ਸਾਰੇ ਹੀ ਸੀ,
ਚੌਧਰਾਂ ਵੀ ਅਸੀਂ ਸਾਰਿਆਂ ਨੇ ਕੀਤੀਆਂ ਜਿਹੇ ਜੀ ਕਿਸੇ ਕੋਲੇ ਸੀਗੀ। ਤੇ ਜੇ ਹਾਰ ਦੀ ਜ਼ਿੰਮੇਵਾਰੀ ਇੱਕ ਬੰਦੇ ਤੇ ਠੁਰਾਈਏ ਫਿਰ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਗੱਲ ਬਹੁਤੀ ਠੀਕ ਹੁੰਦੀ ਹੈ। ਠੀਕ ਹੈ ਕਿ ਨੀਤੀਆਂ ਜ਼ਿਆਦਾ ਮੁਖੀ ਦੀਆਂ ਚੱਲਦੀਆਂ ਹੁੰਦੀਆਂ ਨੇ, ਜਿਹੜਾ ਮੁਖੀ ਹੁੰਦਾ ਹੈਡ ਜ਼ਿਆਦਾ ਨੀਤੀਆਂ ਉਹਦੀਆਂ ਚੱਲਦੀਆਂ ਹੁੰਦੀਆਂ ਨੇ, ਜਾਂ ਤਾਂ ਫਿਰ ਜਦੋਂ ਸਾਡੀਆਂ ਨੀਤੀਆਂ ਚੱਲਦੀਆਂ ਨੇ ਜਾਂ ਸਰਕਾਰ ਚੱਲਦੀ ਕਹਿ ਲਓ, ਜੇ ਕੋਈ ਗਲਤ ਨੀਤੀਆਂ ਨੇ ਪਾਰਟੀ ਦੀਆਂ ਤੇ ਉਸ ਵੇਲੇ ਸਾਨੂੰ ਵਿਰੋਧ ਕਰਨਾ ਚਾਹੀਦਾ। ਉਦੋਂ ਪ੍ਰਧਾਨ ਆ ਜਾਂ ਮੁੱਖ ਮੰਤਰੀ ਉਹਨੂੰ ਰੋਕਣਾ ਚਾਹੀਦਾ ਵੀ ਇਹ ਗਲਤ ਹੈ ਜੀ, ਨਾ ਕਰੀਏ। ਫਿਰ ਜੇ ਵਿਚਰ ਕੇ ਕੋਈ ਕਰਦਾ ਪ੍ਰਧਾਨ ਜਾਂ ਮੁੱਖ ਮੰਤਰੀ ਫਿਰ ਉਹ ਆਪ ਦੋਸ਼ੀ ਹੈਗਾ। ਸੋ ਉਦੋਂ ਤਾਂ ਕੋਈ ਨਹੀਂ, ਉਹ ਤਾਂ ਸਾਰੇ ਖੁਸ਼ੀ ਸੀਗੇ। 17 'ਚ ਵੀ ਸਾਨੂੰ ਲੱਗਦਾ ਸੀ ਕਿ ਦੁਬਾਰਾ ਅਸੀਂ ਰਿਪੀਟ ਕਰਾਂਗੇ। ਚਲੋ 2-3 ਮੁੱਦੇ ਸੀਗੇ ਜਿਹੜੇ ਉਹ ਭਾਰੀ ਪੈ ਗਏ, ਅਸੀਂ ਪਿੱਛੇ ਰਹਿ ਗਏ। ਐਤਕੀ ਵੀ ਬਹੁਤ ਵਧੀਆ ਹਵਾ ਸੀ, ਇਵਨ ਸਾਰੀਆਂ ਇੰਟੈਲੀਜੈਂਸੀਆਂ ਦੀਆਂ ਸੀ ਵੀ ਅਕਾਲੀ ਦਲ 40 ਤੋਂ 45 ਸੀਟਾਂ ਜਿੱਤੂਗਾ। ਚਲੋ ਹਾਰ ਹੋ ਗਈ, ਠੀਕ ਹੈ, ਖਿੜੇ ਮੱਥੇ ਪ੍ਰਵਾਨ, ਲੋਕਾਂ ਦਾ ਫਤਵਾ ਹੈ, ਅਸੀਂ ਕੰਮ ਬਹੁਤ ਕੀਤੇ ਆ। ਕਿਤੇ ਨਾ ਕਿਤੇ ਕੰਮ ਕਰਦਿਆਂ ਤੋਂ ਗਲਤੀਆਂ ਵੀ ਹੋ ਗਈਆਂ ਹੋਣਗੀਆਂ, ਕੰਮ ਰਹਿ ਵੀ ਗਏ ਹੋਣਗੇ, ਅਸੀਂ ਮੰਨਦੇ ਹਾਂ। ਮੈਂ ਤਾਂ ਮੰਨਦਾ ਵੀ ਸਾਨੂੰ ਲੋਕਾਂ ਦਾ ਫਤਵਾ ਮੰਨਣਾ ਚਾਹੀਦਾ। ਜੇ ਪਾਰਟੀ ਤੋਂ ਕਿਤੇ ਗਲਤੀਆਂ ਹੋਈਆਂ ਸਾਨੂੰ ਉਹ ਠੀਕ ਕਰਨੀਆਂ ਚਾਹੀਦੀਆਂ। ਮੈਂ ਤਾਂ ਕਹਿਣਾ ਇਹ ਗੱਲ, ਮੈਨੂੰ ਕੋਈ ਇਸ ਗੱਲ ਦੇ ਵਿੱਚ ਕਹਿਣ ਦੇ ਗੁਰੇਜ਼ ਨਹੀਂ ਹੈਗਾ। ਸਾਨੂੰ ਠੀਕ ਕਰਨਾ ਚਾਹੀਦਾ, ਜੇ ਕਿਤੇ ਕੋਈ ਪ੍ਰੋਬਲਮ ਜਿਹੜੀਆਂ ਹੈਗੀਆਂ ਉਹਨੂੰ ਦਰੁਸਤ ਕਰਨਾ ਚਾਹੀਦਾ, ਜਿਹੜੀਆਂ ਲੋਕ ਚਾਹੁੰਦੇ ਨੇ। ਉਦੋਂ ਗਾਂ ਆ ਗਿਆ ਵੀ ਪਾਰਟੀ ਦੇ ਵਿੱਚ ਜੇ ਤੁਸੀਂ ਕੋਈ ਗੱਲ ਕਹਿਣੀ ਹੈ, ਵੇਖੋ 2 ਤਰ੍ਹਾਂ ਨਾਲ ਗੱਲ ਪਾਰਟੀ ਦੇ ਵਿੱਚ ਕਹੀ ਜਾਂਦੀ ਹੈ। ਹਰ ਗੱਲ ਕਹਿਣ ਦਾ ਪਾਰਟੀ ਦੇ ਵਿੱਚ ਅਧਿਕਾਰ ਆ ਹਰ ਬੰਦੇ ਨੂੰ, ਭਾਵੇਂ ਉਹ ਕੌੜੀ ਹੋਵੇ, ਭਾਵੇਂ ਮਿੱਠੀ ਹੋਵੇ, ਭਾਵੇਂ ਪ੍ਰਧਾਨ ਦੇ ਖਿਲਾਫ ਹੋਵੇ, ਭਾਵੇਂ ਪ੍ਰਧਾਨ ਦੇ ਹੱਕ 'ਚ ਹੋਵੇ, ਜਾਂ ਕਿਸੇ ਹੋਰ ਲੀਡਰ ਦੇ ਹੱਕ ਜਾਂ ਖਿਲਾਫ 'ਚ ਹੋਵੇ। ਉਹ ਪਾਰਟੀ ਦੇ ਫੋਰਮ ਤੇ ਕਹੋ, ਠੋਕ ਕੇ ਦਲੀਲਾਂ ਨਾ ਕਹੋ, ਆਪਦੀ ਗੱਲ ਦੱਸੋ ਕਿ ਇਹਦੇ ਨਾਲ ਪਾਰਟੀ ਨੂੰ ਨੁਕਸਾਨ ਹੋਇਆ, ਇੱਥੇ ਪ੍ਰਧਾਨ ਨੇ ਗਲਤੀ ਕੀਤੀ ਹੈ, ਇੱਥੇ ਕਿਸੇ ਮੈਂਬਰ ਨੇ ਗਲਤੀ ਕੀਤੀ ਹੈ, ਕਿਸੇ ਵਜ਼ੀਰ ਨੇ ਗਲਤੀ ਕੀਤੀ ਹੈ। ਉਹ ਮੀਟਿੰਗ 'ਚ ਜ਼ੋਰ ਨਾ ਰੱਖੋ, ਫਿਰ ਉਹਦੀ ਆਪੇ ਠੀਕ ਹੋਏਗਾ, ਮਸਲਾ ਹੱਲ ਹੋਏਗਾ। ਉਹ ਤਾਂ ਫੋਰਮ ਦੇ ਉੱਤੇ ਵਧੀਆ ਹੱਲ ਹੈ, ਉੱਥੇ ਰੱਖਣੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਹਰ ਇੱਕ ਬੰਦੇ ਨੂੰ ਰਾਈਟ ਹੈ, ਜਿੱਥੇ ਕਿਸੇ ਦੇ ਮਨ ਦੇ ਵਿੱਚ ਕੋਈ ਗੱਲ ਆ ਉਹ ਕੱਢ ਲੈਣੀ ਚਾਹੀਦੀ ਹੈ। ਪਰ ਜੇ ਬਾਹਰ ਜਾ ਕੇ ਅਸੀਂ ਅਖਬਾਰਾਂ ਦੇ ਵਿੱਚ ਪਾਰਟੀ ਦੇ ਬਿਆਨਬਾਜ਼ੀ ਕਰੀਏ, ਜਾਂ ਊਂ ਜਾ ਕੇ ਸਪੀਕਰਾਂ ਤੇ ਬੋਲੀਏ, ਜਾਂ ਅਸੀਂ ਵੀਡੀਓ ਪਾਈਏ, ਉਹ ਮੈਨੂੰ ਨਹੀਂ ਲੱਗਦਾ ਵੀ ਉਹ ਕੋਈ ਚੰਗੀ ਗੱਲ। ਉਹ ਫਿਰ ਬੰਦਾ ਪਾਰਟੀ ਦਾ ਹਮਦਰਦ ਨਹੀਂ ਹੁੰਦਾ, ਉਹ ਪਾਰਟੀ ਨੂੰ ਨੀਵੀਂ ਦਿਖਾਉਣੀ ਚਾਹੁੰਦਾ, ਜਾਂ ਪਾਰਟੀ ਦਾ ਨੁਕਸਾਨ ਕਰਨਾ ਚਾਹੁੰਦਾ, ਜਾਂ ਕਿਸੇ ਵਿਸ਼ੇਸ਼ ਲੀਡਰ ਨਾਲ ਉਹਦੀ ਬਣਦੀ ਨਹੀਂ ਹੁੰਦੀ, ਉਹਨੂੰ ਨੁਕਸਾਨ ਕਰਨਾ ਚਾਹੁੰਦਾ। ਇਹ ਉਸ ਤਰ੍ਹਾਂ ਦੀ ਗੱਲ ਨਹੀਂ ਬਰਦਾਸ਼ਤ ਕੀਤੀ ਜਾਊਗੀ ਪਾਰਟੀ ਦੇ ਵਿੱਚ। ਪਾਰਟੀ ਦੇ ਹਰ ਵਰਕਰ ਦੀ ਛੋਟੇ ਤੋਂ ਲੈ ਕੇ ਵੱਡੇ ਦੀ ਗੱਲ ਸੁਣੀ ਜਾਊਗੀ, ਜਿਹਦੀ ਜਾਇਜ਼ ਗੱਲ ਹੋਏਗੀ ਉਹ ਮੰਨੀ ਜਾਏਗੀ। ਮੈਂ ਵਿਸ਼ਵਾਸ ਦਵਾਉਣਾ, ਤੇ ਬਾਕੀ ਪ੍ਰਧਾਨ ਜੀ ਵੀ ਇਹ ਵਿਸ਼ਵਾਸ ਪੂਰਾ ਦਿਵਾਉਣਗੇ। ਸੋ ਬਾਕੀ ਜਿਹੜੀ ਫੋਰਮ ਤੇ ਉੱਤੇ ਉਦੋਂ ਬਿਨਾਂ ਸਾਡੇ ਕੋਲੇ 3-4 ਬੰਦਿਆਂ ਦੀਆਂ ਸ਼ਿਕਾਇਤਾਂ ਆਈਆਂ ਨੇ, ਲਿਖਤੀ ਆਈਆਂ ਨੇ। ਕੁਝ ਅਖਬਾਰਾਂ ਦੀਆਂ ਕਟਮਾਂ ਲੋਕਾਂ ਨੇ ਭੇਜੀਆਂ ਨੇ ਸਾਨੂੰ, ਕੁਝ ਵੀਡੀਓ ਭੇਜੀਆਂ ਨੇ। ਉਹਨਾਂ ਤੇ ਅਸੀਂ ਵਿਚਾਰ ਕੀਤਾ ਸੀ, ਅੱਜ ਲਾਏ ਸੀ ਵਾਹਵਾ ਟਾਈਮ ਅਸੀਂ ਖੁੱਲ੍ਹ ਕੇ। 4 ਮੈਂਬਰ ਹਾਜ਼ਰ ਸੀਗੇ। ਬਲਟੋਆ ਸਾਹਿਬ ਦੀ ਭਾਣਜੀ ਦਾ ਅੱਜ ਮੰਗਣਾ ਸੀਗਾ, ਸਗਨ ਸੀਗਾ, ਉਹ ਫਿਰ ਨਹੀਂ ਆ ਸਕਿਆ। ਤੇ ਉਹਦੇ ਤੇ ਅਸੀਂ ਕਾਫੀ ਰਿਵਿਊ ਕੀਤਾ। ਸੋ ਅਗਲੀ ਮੀਟਿੰਗ ਜਦੋਂ ਹੋਏਗੀ ਫਿਰ ਅਗਲੀ ਕਾਰਵਾਈ ਉਸ ਮੀਟਿੰਗ ਦੇ ਵਿੱਚ ਫਿਰ ਅੱਗੇ ਤੋਰਾਂਗੇ ਉਸ ਕਾਰਵਾਈ ਨੂੰ ਜਿਹੜੀ ਅਗਲੀ ਤੋਰਨ ਵਾਲੀ ਹੈ। ਕਿਆ ਨੋਟਿਸ ਦੇਣ ਜਾ ਰਹੇ ਹੋ? ਜਿਹੜੇ 4 ਲੀਡਰਾਂ ਦੀ ਤੁਸੀਂ ਗੱਲ ਕਰ ਰਹੇ ਹੋ, ਇਹਨਾਂ ਨੂੰ ਕੋਈ ਸਪਸ਼ਟੀਕਰਨ ਦਾ ਨੋਟਿਸ ਦੇਣ ਜਾ ਰਹੇ ਹੋ? ਕਾਰਨ ਦੱਸੋ ਨੋਟਿਸ ਜਿਹੜੇ ਹੁੰਦੇ ਨੇ ਉਹ ਭੇਜਣ ਜਾ ਰਹੇ ਹੋ ਕਿ ਹਾਂ ਤੁਸੀਂ ਵੀ ਆਪਣੀ ਸਫਾਈ ਪੇਸ਼ ਕਰੋ? ਕਿਉਂਕਿ ਤੁਸੀਂ ਕਹਿ ਰਹੇ ਹੋ ਸ਼ਿਕਾਇਤਾਂ ਆਈਆਂ ਨੇ, ਸ਼ਿਕਾਇਤਾਂ ਦੇ ਉੱਪਰ ਚਰਚਾ ਵੀ ਹੋ ਗਈ ਹੈ। 2 ਗੱਲਾਂ ਹੁੰਦੀਆਂ ਨੇ। ਅਸੀਂ ਜਿਹੜੇ ਤੇ ਸਾਡੀ ਸਹਿਮਤੀ ਬਣ ਗਈ ਵੀ ਆਹ ਠੀਕ ਹੈ, ਇਹ ਬੰਦੇ ਨੂੰ ਬੁਲਾਉਣਾ ਬਣਦਾ ਹੈ, ਇਹਨਾਂ ਦੀ ਗੱਲ 'ਚ ਦਮ ਹੈ, ਜਿਹੜੀ ਸ਼ਿਕਾਇਤ ਆਈ ਹੈ ਉਹ ਬੰਦਿਆਂ ਨੂੰ ਅਸੀਂ ਐਜ ਟੈਲੀਫੋਨ ਵੀ ਸੱਦ ਸਕਦੇ ਹਾਂ ਆਪਦੇ ਕੋਲੇ, ਵੀ ਆਓ ਸਾਡੇ ਕੋਲੇ ਟੈਲੀਫੋਨ ਦੇ ਤੌਰ ਤੇ ਅਸੀਂ ਸੱਦ ਲਈਏ ਵੀ ਆਪਦਾ ਤੁਹਾਡੇ ਖਿਲਾਫ ਆਈ ਹੈ ਭਾਈ, ਤੁਸੀਂ ਆ ਕੇ ਚੁੱਪ ਕਰਕੇ ਸਪਸ਼ਟੀਕਰਨ ਦੇ ਦਿਓ, ਆਪਾਂ ਬਾਹਲੀ ਲਿਖਤ ਪੜਤ 'ਚ ਨਾ ਪਈਏ। ਤੇ ਜੇ ਕੋਈ ਨਹੀਂ ਸੂਤ ਆਉਂਦਾ ਫਿਰ ਅਸੀਂ ਲਿਖਤੀ ਨੋਟਿਸ ਵੀ ਕੱਢ ਸਕਦੇ ਹਾਂ ਉਹਨਾਂ ਨੂੰ, ਲਿਖਤੀ ਨੋਟਿਸ ਵੀ ਕੱਢ ਕੇ ਅਸੀਂ ਪੇਪਰਾਂ ਨੂੰ ਵੀ ਦੇ ਸਕਦੇ ਹਾਂ, ਵੀ ਤਾਂ ਕਿ ਲੋਕਾਂ 'ਚ ਇਹ ਗੱਲ ਚਲੀ ਜਾਵੇ ਵੀ ਕੋਈ ਭੁਲੇਖਾ ਨਾ ਰਵੇ ਲੋਕਾਂ ਨੂੰ ਵੀ ਇਹਨੂੰ ਮੌਕਾ ਨਹੀਂ ਦਿੱਤਾ ਸੁਣਨ ਦਾ ਜਾਂ ਇਹਨਾਂ ਦਾ ਧੱਕਾ ਕੀਤਾ। ਇਹ ਦੋਨੇ ਗੱਲਾਂ ਹੀ ਹੋ ਸਕਦੀਆਂ। ਸੋ ਅਗਲੇ ਹਫ਼ਤੇ ਦੇ ਵਿੱਚ ਲਗਭਗ ਇਹ ਦੋਨੇ ਗੱਲਾਂ ਤੈਅ ਹੋ ਜਾਣਗੀਆਂ ਕਿ ਜਿਹੜੇ ਬੰਦਿਆਂ ਤੇ ਜਾਰੀ ਹੋਣਾ ਹੈ ਜਾਂ ਫਿਰ ਫੋਨ ਕਰਕੇ ਬੁਲਾਉਣਾ, ਵੀ ਫੋਨ ਕਰਕੇ ਬੁਲਾਉਣੇ ਆ। ਜੇ ਫੋਨ ਕਰਕੇ ਬੁਲਾਏ ਤੋਂ ਨਹੀਂ ਆਉਂਦੇ ਫਿਰ ਸਾਨੂੰ ਲਿਖਤੀ ਨੋਟਿਸ ਵੀ ਕਰਨਾ ਪਏਗਾ। ਲੇਕਿਨ ਮਲੂਕਾ ਸਾਹਿਬ, ਇਹਨਾਂ ਵਿੱਚੋਂ ਕਿਆ ਇਹੋ ਜਿਹੇ ਲੀਡਰ ਵੀ ਨੇ ਜਿਨ੍ਹਾਂ ਤੋਂ ਕਿਸੇ ਤਰ੍ਹਾਂ ਦਾ ਸਪਸ਼ਟੀਕਰਨ ਨਹੀਂ ਮੰਗਿਆ ਜਾਊਗਾ, ਸਿੱਧੀ ਕਾਰਵਾਈ ਦੀ ਸਿਫਾਰਿਸ਼ ਕੀਤੀ ਜਾਊਗੀ ਪਾਰਟੀ ਪ੍ਰਧਾਨ ਨੂੰ? ਨਹੀਂ, ਮੇਰੀ ਸਮਝ ਦੇ ਵਿੱਚ ਐਸੀ ਨਹੀਂ ਕੀਤੀ ਜਾਊਗੀ ਕੋਈ ਵੀ ਗੱਲ। ਅਸੀਂ ਨਹੀਂ ਚਾਹੁੰਦੇ ਕਿਸੇ ਨੂੰ ਇਹ ਗਿਲਾ ਰਵੇ ਕਿ ਮੈਂ ਇਹ ਗੱਲ ਕਹੀ ਨਹੀਂ ਸੀ, ਜਾਂ ਮੈਂ ਐਸ ਲੋਟ ਕਹਿਣੀ ਚਾਹੁੰਦਾ ਸੀ, ਜਾਂ ਮੈਨੂੰ ਪਾਰਟੀ ਦੇ ਪ੍ਰਧਾਨ ਤੇ ਵਿਸ਼ਵਾਸ ਹੈ। ਕੋਈ ਇਹੋ ਜਿਹੀ ਗੱਲ ਨਹੀਂ। ਜੇ ਕੋਈ ਬੰਦਾ ਆ ਕੇ ਠੀਕ ਆਪਦੀ ਗੱਲ ਦੱਸਦਾ ਕਿਸੇ ਵੇਲੇ, ਚਲੋ ਕੋਈ ਗੱਲ ਗੁੱਸੇ 'ਚ ਕੱਢ ਵੀ ਬੈਠਾ, ਤੇ ਅਸੀਂ ਕੋਸ਼ਿਸ਼ ਕਰਾਂਗੇ ਪਾਰਟੀ ਦੇ ਨਾਲ ਜੋੜਨ ਦੀ, ਬੰਦਿਆਂ ਨੂੰ ਤੋੜਨ ਦੀ ਨਹੀਂ ਕਰਦੇ। ਉਹ ਮਰਜ਼ੀ ਹੈ, ਫਿਰ ਜੇ ਕਿਸੇ ਬੰਦੇ ਨੇ ਨਹੀਂ ਰਹਿਣਾ ਤਾਂ ਉਹਦੀ ਮਰਜ਼ੀ ਹੋਊਗੀ, ਸਾਡੀ ਕੋਸ਼ਿਸ਼ ਨਹੀਂ ਹੋਊਗੀ ਕਿ ਬਿਨਾਂ ਵਜ੍ਹਾ ਬੰਦਿਆਂ ਨੂੰ ਭਜਾਉਣ। ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹੀਏ ਕਿ ਮਨਪ੍ਰੀਤ ਸਿੰਘ ਅਯਾਲੀ ਨੇ ਜਿਹੜੀ ਵੀਡੀਓ ਪਾਈ ਸੀ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ, ਉਹ ਜਿਹੜੀ ਵੀਡੀਓ ਹੈ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆ, ਉਸ ਨੂੰ ਲੈ ਕੇ ਵੀ ਜਵਾਬ ਤਲਬ ਕੀਤਾ ਜਾਊਗਾ। ਵੇਖੋ, ਮਨਪ੍ਰੀਤ ਅਯਾਲੀ ਬਹੁਤ ਵਧੀਆ ਬੰਦੇ ਨੇ, ਐਜ ਇਨਸਾਨ ਉਹ ਬਹੁਤ ਵਧੀਆ ਬੰਦੇ ਨੇ, ਮੈਂ ਉਹਨਾਂ ਦੀ ਕਦਰ ਕਰਦਾ, ਮੇਰੇ ਨਾਲ ਉਹਨਾਂ ਦੀ ਨੇੜਤਾ ਵੀ ਹੈਗੀ ਹੈ, ਮੈਂ ਉਸ ਗੱਲ ਤੋਂ ਇਨਕਾਰ ਨਹੀਂ ਕਰਦਾ। ਪਰ ਇਵੇਂ ਵੀਡੀਓ ਪਾਉਣੀਆਂ ਜਾਂ ਪਾਰਟੀ ਦੇ ਡਿਸਪਲਿਨ ਦੀ ਉਲੰਘਣਾ ਕਰਨੀ,
ਆਪਣੇ ਆਪ ਨੂੰ ਵੱਡਾ ਕਰਨਾ, ਪਾਰਟੀ ਨੂੰ ਛੋਟਾ ਵਿਖਾਉਣ ਦੀ ਕੋਸ਼ਿਸ਼ ਕਰਨੀ ਜਾਂ ਪਾਰਟੀ ਦਾ ਹੁਕਮ ਨਾ ਮੰਨਣਾ, ਇਹ ਪਾਰਟੀ ਦੇ ਸਿਪਾਹੀ ਵਾਸਤੇ ਚੰਗੀ ਗੱਲ ਨਹੀਂ। ਪਾਰਟੀ ਦੀ ਮੀਟਿੰਗ 'ਚ ਆ ਕੇ ਉਹ ਕਹਿ ਸਕਦੇ ਸੀ ਕੋਈ ਗੱਲ ਸੀ ਉਹਨਾਂ ਦੀ, ਪਾਰਟੀ ਉਹਨਾਂ ਦੀ ਤਸੱਲੀ ਕਰਾਉਂਦੀ ਜਾਂ ਫਿਰ ਸਾਰੇ ਬਾਈਕਾਟ ਕਰਦੇ ਜਾਂ ਉਹਨਾਂ ਦੀ ਤਸੱਲੀ ਕਰਾਉਂਦੇ। ਜੇ ਉਹਨਾਂ ਦੀ ਤਸੱਲੀ ਕਰਾਉਂਦੇ ਫਿਰ ਉਹਨਾਂ ਨੂੰ ਪਾਰਟੀ ਦੇ ਨਾਲ ਚੱਲਣਾ ਚਾਹੀਦਾ ਸੀ। ਉਹਨਾਂ ਨੂੰ ਪਾਰਟੀ ਦੇ ਮੀਟਿੰਗ ਦੇ ਵਿੱਚ ਆ ਕੇ, ਫੋਰਮ ਦੇ ਵਿੱਚ ਆ ਕੇ ਆਪਦੀ ਗੱਲ ਰੱਖਣੀ ਚਾਹੀਦੀ ਸੀ। ਓਪਨਲੀ ਬਿਆਨ ਨਹੀਂ ਦੇਣਾ ਚਾਹੀਦਾ ਸੀ ਕਿ ਮੈਂ ਨਹੀਂ ਵੋਟ ਪਾਉਂਦਾਗਾ। ਜੇ ਇਹ ਪਾਰਟੀ ਦੇ ਡਿਸਪਲਿਨ ਦੀ ਉਲੰਘਣਾ ਹੈ, ਇਹ ਪਾਰਟੀ ਦੇ ਪ੍ਰਧਾਨ ਦੇ ਫੈਸਲੇ ਦੀ ਉਲੰਘਣਾ, ਇਹ ਮੈਂ ਕਹਿਣਾ ਕਿ ਨਹੀਂ ਕਰਨਾ ਚਾਹੀਦਾ ਸੀ। ਲੇਕਿਨ ਮਲੂਕਾ ਸਾਹਿਬ, ਇਸ ਨਾਲ ਪਾਰਟੀ ਦਾ ਕਿਆ ਡੈਕੋਰਮ ਜਿਹੜਾ ਹੈ ਜਾਂ ਜਿਹੜਾ ਪਾਰਟੀ ਦਾ ਅਨੁਸ਼ਾਸਨ ਹੈ ਉਹ ਵੱਡੇ ਪੱਧਰ ਤੇ ਭੰਗ ਹੋਇਆ ਹੈ? ਇਹ ਕਮੇਟੀ ਨੇ ਮੰਨਿਆ ਨਹੀਂ। ਵੱਡੇ ਪੱਧਰ ਨੂੰ ਆਪਾਂ ਇੱਕ ਬੰਦੇ ਨੂੰ ਵੱਡੇ ਪੱਧਰ ਤੇ ਨਹੀਂ ਕਹਿ ਸਕਦੇ, ਇੱਕ ਬੰਦੇ ਦੀ ਗੱਲ ਨੂੰ ਆਪਾਂ ਵੱਡੇ ਪੱਧਰ ਤੇ ਨਹੀਂ ਕਹਿ ਸਕਦੇ। ਵੇਖੋ ਜਿਹੜੀਆਂ ਮੀਟਿੰਗਾਂ ਹੋਈਆਂ ਹਲਕਾ ਇੰਚਾਰਜਾਂ ਦੀਆਂ, ਜ਼ਿਲ੍ਹੇ ਜਥੇਦਾਰਾਂ ਦੀਆਂ, ਵਰਕਿੰਗ ਕਮੇਟੀ ਦੀਆਂ, ਤਕਰੀਬਨ ਇਹ ਮੰਨ ਕੇ ਚੱਲ ਪਓ ਜ਼ਿਲ੍ਹਾਦਾਰਾਂ ਦੀ ਤਾਂ 100% ਹਾਜ਼ਰੀ ਸੀ, ਸਰਬਸੰਮਤੀ ਨਾਲ ਰੈਜੂਲੇਸ਼ਨ ਪਾ ਕੇ ਗਏ ਪ੍ਰਧਾਨ ਦੇ ਹੱਕ 'ਚ। ਦੂਜੀਆਂ ਜਿਹੜੀਆਂ ਫੋਰਮਾਂ ਉਹਨਾਂ ਦੀ ਆਪਾਂ ਇਹ ਮੰਨ ਕੇ ਚੱਲ ਪਓ 98-99% ਉਹਨਾਂ ਦੀ ਵੀ ਹਾਜ਼ਰੀ ਸੀਗੀ ਜਿਹੜਿਆਂ ਨੇ ਜੈਸ ਕੀਤੀ ਹੈ ਪ੍ਰਧਾਨ। ਤੇ ਫਿਰ ਰਹਿ ਕੀ ਗਿਆ ਮਗਰ? ਫਿਰ ਤਾਂ ਦਾਲ 'ਚ ਕੋਕੜੂ ਵਾਲੀ ਗੱਲ ਹੀ ਹੈ ਨਾ, ਬਾਕੀ ਤਾਂ ਹੈ ਨਹੀਂ। ਸੋ ਮੈਂ ਇਸ ਗੱਲ ਨੂੰ ਕਹਿਣਾ ਕਿ ਵੱਡੇ ਪੱਧਰ ਤੇ ਨਹੀਂ, ਛੋਟੇ ਪੱਧਰ ਤੇ ਹੈ, ਪਰ ਮੈਂ ਕਹਿੰਦਾ ਹੋਣਾ ਨਹੀਂ ਚਾਹੀਦਾ। ਲੱਗੀ ਹੈ ਨਹੀਂ, ਵੇਖੋ ਕੋਈ ਵੀ ਵਰਕਰ, ਜੇ ਕੋਈ ਜ਼ਿੰਮੇਵਾਰੀ ਹੈ ਕਿਸੇ ਕੋਲੇ, ਅਜਾਲੀ ਸਾਹਿਬ ਪਾਰਟੀ ਦੇ ਲੀਡਰ ਸੀਗੇ ਐਮਐਲਏ ਦੇ, ਭਾਵੇਂ ਐਮਐਲਏ ਸਾਡੇ 3 ਹੀ ਨੇ, ਪਰ ਉਹ ਲੀਡਰ ਤਾਂ ਚੁਣੇ ਹੋਏ ਨਾ। ਲੀਡਰ ਹੀ ਜੇ ਬਗਾਵਤ ਕਰਦਾ ਤਾਂ ਫਿਰ ਨਹੀਂ ਨਾ, ਗੱਲ ਠੀਕ ਨਹੀਂ ਹੈਗੀ। ਜੇ ਵੋਟ ਨਹੀਂ ਪਾਉਣੀ, ਬੜੇ ਢੰਗ ਨੇ ਬਚਿਆ ਜਾ ਸਕਦਾ, ਇਹੋ ਜਿਹੀ ਗੱਲ ਨਹੀਂ ਹੈਗੀ। ਸਾਡੀਆਂ ਵੋਟਾਂ ਨਾਲ ਤਾਂ ਨਾ ਕੋਈ ਜਿੱਤ ਹੋਣੀ ਸੀ ਨਾ ਹਾਰ ਹੋਣੀ ਸੀਗੀ, ਤੇ ਕਿਉਂਕਿ ਕਾਂਗਰਸ ਨੂੰ ਤਾਂ ਅਸੀਂ ਪਾ ਨਹੀਂ ਸੀ ਸਕਦੇ। ਲੇਕਿਨ ਮਲੂਕਾ ਸਾਹਿਬ, ਇੱਕ ਚੀਜ਼ ਹੋਰ ਵੀ ਵੇਖਣ ਨੂੰ ਮਿਲੀ, ਲੱਗਦਾ ਨਹੀਂ ਅਯਾਲੀ ਸਾਹਿਬ ਦੇ ਜਿਸ ਢੰਗ ਦੀ ਵੀਡੀਓ ਆਈ ਹੈ ਉਹ ਖੁਦ ਹੀ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਨੇ। ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਹੋਈ ਸੀ, ਉਸ ਦੇ ਵਿੱਚ ਵੀ ਅਕਾਲੀ ਜਿਹੜੇ ਅਯਾਲੀ ਸਾਹਿਬ ਹੈ ਉਹ ਅਕਾਲੀ ਦਲ ਦੀ ਉਸ ਮੀਟਿੰਗ ਦਾ ਹਿੱਸਾ ਨਹੀਂ ਬਣੇ। ਇਸੇ ਤਰ੍ਹਾਂ ਨਾਲ ਜਗਮੀਤ ਬਰਾੜ ਜਿਹੜੇ ਨੇ ਉਹ ਉਸ ਮੀਟਿੰਗ ਦਾ ਹਿੱਸਾ ਨਹੀਂ ਬਣੇ। ਇਹੋ ਜਿਹੇ ਲੀਡਰ ਜਿਹੜੇ ਨੇ ਉਹ ਖੁਦ ਹੀ ਹੁਣ ਕਿਨਾਰਾ ਕਰ ਰਹੇ ਨੇ, ਕਿਉਂਕਿ ਉਹਨਾਂ ਨੇ ਹੀ ਆਵਾਜ਼ ਬੁਲੰਦ ਕੀਤੀ ਸੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ। ਉਹ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਸੀ ਕਿ ਹੁਣ ਪਾਰਟੀ ਨੂੰ ਬਦਲਾਵ ਲਿਆਉਣ ਦੀ ਲੋੜ ਹੈ, ਖਾਸ ਕਰਕੇ ਜਿਹੜਾ ਪਰਿਵਾਰਵਾਦ ਦਾ ਟੈਗ ਹੈ ਪਾਰਟੀ ਦੇ ਉੱਪਰ, ਉਸ ਤੋਂ ਪਾਰਟੀ ਹਟ ਕੇ ਕੰਮ ਕਰੇ, ਤਾਂ ਕਿ ਜਿਸ ਸਿਧਾਂਤ ਨੂੰ ਲੈ ਕੇ ਪਾਰਟੀ ਬਣਾਈ ਗਈ ਸੀ ਉਸੇ ਸਿਧਾਂਤ ਦੇ ਉੱਪਰ ਪਾਰਟੀ ਕਾਇਮ ਰਹੇ ਔਰ ਲੋਕਾਂ ਦੇ ਵਿੱਚ ਇਹ ਆਵਾਜ਼ ਰਹੇ ਕਿ ਹਾਂ, ਇਹ ਪਾਰਟੀ ਉਹੀ ਹੈ ਜਿਹੜੀ ਪਹਿਲਾਂ ਜਿਸ ਸਿਧਾਂਤ ਨੂੰ ਲੈ ਕੇ ਬਣੀ ਸੀ ਉਸੇ ਸਿਧਾਂਤ ਤੇ ਕਾਇਮ ਹੈ, ਇੱਕ ਪਰਿਵਾਰ ਦੀ ਪਾਰਟੀ ਨਹੀਂ ਰਹੀ ਹੈ। ਵੇਖੋ, ਇਹ ਪਰਿਵਾਰ ਵਾਲੀ ਗੱਲ ਵੀ ਮੈਂ ਨਹੀਂ ਮੰਨਦਾ ਹੈਗਾ। ਜਿਹੜੀਆਂ ਸਟੇਟ ਦੀਆਂ ਪਾਰਟੀਆਂ ਹੁੰਦੀਆਂ, ਲੋਕਲ, ਈਵਨ ਸੈਂਟਰ ਦੀ ਵੀ ਲੈ ਲਓ। ਪਹਿਲੀ ਗੱਲ ਤਾਂ ਆਪਾਂ ਦੂਜੀ ਕਲੀਅਰ ਕਰੀਏ ਕਿ ਮੈਂ ਜਿਹੜੇ ਥਾਂ ਤੇ ਅੱਜ ਬੈਠਾ ਜਾਂ ਮੇਰੀ ਜ਼ਿੰਮੇਵਾਰੀ ਪਾਰਟੀ ਪ੍ਰਧਾਨ ਨੇ ਲਾਈ ਹੈ, ਅੱਜ ਮੈਂ ਕੋਈ ਕਮੈਂਟ ਇਹ ਜਿਹਾ ਨਹੀਂ ਕਰਦਾ, ਕਿਉਂਕਿ ਜਿਹੜਾ ਐਂ ਲੱਗੇ ਕਿ ਮੈਂ ਕੋਈ ਪਹਿਲਾਂ ਹੀ ਫੈਸਲਾ ਕਰਦਾ ਹਾਂ। ਮੈਂ ਪਹਿਲਾਂ ਵੀ ਜਿਹੜੀ ਗੱਲ ਮੈਂ ਪਹਿਲਾਂ ਹੀ ਕਹਿਤੀ ਸਾਰੀ, ਕਿ ਸਾਡਾ ਕੰਮ ਜੋੜਨਾ ਤੋੜਨਾ ਨਹੀਂ, ਅਸੀਂ ਉਹਦੇ ਤੇ ਕਾਇਮ ਰਵਾਂਗੇ। ਦੂਜੀ ਗੱਲ ਉਹ ਵੀ ਮੈਂ ਕਹਿਤੀ ਕਿ ਜੇ ਕਿਸੇ ਨੇ ਨਾ ਰਹਿਣਾ ਹੋਇਆ ਪਾਰਟੀ 'ਚ, ਮੱਲੋ ਮੱਲੀ ਕੋਈ ਪਾਰਟੀ ਰੱਖ ਨਹੀਂ ਸਕਦੀ ਹੁੰਦੀ। ਅੱਜ ਤਾਈਂ ਬੜੇ ਵੱਡੇ ਵਾਰੀ, ਅੱਜ ਕਿਹੜਾ ਪਹਿਲੀ ਵਾਰ ਕੋਈ ਬਗਾਵਤ ਹੋਣ ਲੱਗੀ ਹੈ। ਕਾਂਗਰਸ 'ਚ ਵੀ, ਅਕਾਲੀਆਂ 'ਚ ਵੀ, ਬੀਜੇਪੀ 'ਚ ਵੀ, ਸਾਰੀਆਂ ਪਾਰਟੀਆਂ 'ਚ ਵੀ ਸਮੇਂ-ਸਮੇਂ ਨਾਲ ਬਗਾਵਤਾਂ ਤਾਂ ਹੁੰਦੀਆਂ ਰਹੀਆਂ ਨੇ। ਸਾਡੇ 'ਚੋਂ ਵੀ ਢੀਂਡਸਾ ਸਾਹਿਬ ਹੋਰੀ ਵੀ ਵੱਖਰੇ ਹੋਏ, ਬਰਪੁਰਾ ਸਾਹਿਬ ਗਏ, ਸੇਖਵਾਂ ਸਾਹਿਬ ਗਏ, ਫਿਰ ਬਰਪੁਰਾ ਸਾਹਿਬ ਵਾਪਸ ਆ ਗਏ, ਸੇਖਵਾਂ ਸਾਹਿਬ ਆਪ ਚਲੇ ਗਏ। ਸੋ ਇਹ ਚੱਲਦਾ ਰਹਿੰਦਾ ਕੰਮ ਪਾਰਟੀਆਂ ਦੇ ਵਿੱਚ। ਕਈ ਵਾਰੀ ਮਤਭੇਦ ਇੰਨੇ ਤਿੱਖੇ ਹੋ ਜਾਂਦੇ ਨੇ ਕਿ ਉਹ ਬੰਦਾ ਫਿਰ ਵਾਪਸ ਮੁੜਦਾ ਨਹੀਂ ਹੈਗਾ। ਸੋ ਮੈਂ ਅੱਜ ਕੋਈ ਇਦੋਂ ਗਾਂ ਕਮੈਂਟ ਤਾਂ ਨਹੀਂ ਕਰਨੇ ਹੈਗੇ। ਦੂਜੀ ਗੱਲ ਜਿਹੜੀ ਆਪਾਂ ਕਹਿੰਦੇ ਆ ਵੀ ਪਰਿਵਾਰਵਾਦ ਦੀ, ਪਰਿਵਾਰਵਾਦ ਤਾਂ ਵੇਖੋ, ਜਿਹੜਾ ਇੱਕ ਲੀਡਰ ਨੇ 50 ਸਾਲ ਪਾਰਟੀ ਦੇ ਵਿੱਚ ਕੰਮ ਕਰਦਾ ਹੈ, ਜਿਹੜਾ ਲੀਡਰ 50 ਸਾਲ, ਮੈਨੂੰ ਲੱਗਦਾ ਕਿਸੇ ਲੀਡਰ ਨੂੰ ਟਾਈਮ ਮਿਲਿਆ ਨਹੀਂ ਹੋਣਾ। ਨਹਿਰੂ ਖਾਨਦਾਨ ਨੂੰ ਸਮਾਂ ਮਿਲਿਆ ਬਹੁਤ ਲੰਮਾ, ਪਰ ਇੱਕ ਲੀਡਰ ਨੂੰ 50 ਸਾਲ ਨਹੀਂ ਮਿਲਿਆ। ਬਾਦਲ ਸਾਹਿਬ ਨੂੰ 50 ਸਾਲ ਘੱਟੋ ਘੱਟ ਲੀਡਰ ਟਾਈਪ ਕੰਮ ਕਰਨ ਦਾ ਮੌਕਾ ਮਿਲਿਆ। ਉੱਥੇ ਫਿਰ ਜਦੋਂ ਬਾਦਲ ਸਾਹਿਬ ਦੇ ਵੇਖੋ ਬੱਚੇ ਆ, ਉਹ ਵੀ ਵੱਡੇ ਹੋ ਗਏ, 30 ਜੇ 50 ਸਾਲ ਦੇ ਉਸ ਵੇਲੇ ਜੰਮੇ ਵੀ ਹੋਣ ਤਾਂ 30 ਸਾਲ ਦੇ ਹੋ ਜਾਂਦੇ ਆ, ਤੇ ਪ੍ਰਧਾਨ ਜੀ ਤਾਂ 60 ਸਾਲ ਦੇ ਹੋ ਗਏ ਅੱਜ। ਉਹ ਵੀ ਰਿਟਾਇਰਮੈਂਟ ਤੇ, ਜਿਵੇਂ ਆਪਾਂ ਕਹਿ ਲਈਏ ਜਿਹੜੇ ਮੁਲਾਜ਼ਮਾਂ ਦੀ ਰਿਟਾਇਰਮੈਂਟ ਦੀ ਉਮਰ ਹੁੰਦੀ ਹੈ 60 ਸਾਲ ਜਿਹੜੀ ਹੁੰਦੀ ਹੈ, ਤੇ ਪ੍ਰਧਾਨ ਜੀ 60 ਸਾਲ ਦੇ ਹੋ ਗਏ। ਫਿਰ ਉਹ ਘਰ ਦੇ ਵਿੱਚ ਜਿਹੜੇ ਸਿਆਸਤ ਹੈ 24 ਘੰਟੇ, ਉੱਥੇ ਸਿਆਸਤ ਹੀ ਚੱਲਣੀ। ਇਹ ਆਮ ਮੈਂ ਵੇਖਿਆ, ਤੁਸੀਂ ਹੋਰ ਵੀ ਪੜਤਾਲ ਕਰ ਲਓ ਭਾਵੇਂ, ਸਿਆਸੀ ਬੰਦਿਆਂ ਦੇ ਘਰੇ ਕਿਉਂਕਿ ਸਾਰਾ ਦਿਨ ਸਿਆਸਤ ਚੱਲਦੀ ਹੈ, ਉਹਨਾਂ ਦੇ ਬੱਚਿਆਂ ਨੂੰ ਮੱਲੋ ਮੱਲੀ ਲੋਕ ਉਧਰ ਨੂੰ ਲਾ ਲੈਂਦੇ ਆ, ਮੱਲੋ ਮੱਲੀ ਲਾ ਲੈਂਦੇ ਆ, ਨਾ ਚਾਹੁੰਦਿਆਂ ਹੋਇਆ ਵੀ। ਫਿਰ ਇੰਨੀ ਕੁ ਕਮਜ਼ੋਰੀ ਹਰੇਕ ਪਿਓ 'ਚ ਹੁੰਦੀ ਆਪਦੇ ਪੁੱਤ ਲਈ। ਮੈਂ ਕੋਈ ਇਨਕਾਰ ਨਹੀਂ ਕਰਦਾ ਇਸ ਤੋਂ, ਮੇਰਾ ਉਹਨਾਂ ਬੰਦਿਆਂ 'ਚ ਨਹੀਂ ਮੈਂ ਜਿਹੜਾ ਐਵੇਂ ਝੂਠ ਬੋਲੀ ਜਾਵਾਂ। ਹਰੇਕ ਬਾਪ ਦੇ ਵਿੱਚ ਆਪਦੇ ਪੁੱਤ ਦੀ ਖਾਤਰ ਥੋੜੀ ਬਹੁਤੀ ਕਮਜ਼ੋਰੀ ਤਾਂ ਹੁੰਦੀ ਹੈ, ਇਹ ਤੋਂ ਮੁਨਕਰ ਨਹੀਂ ਅਸੀਂ ਹੋ ਸਕਦੇ। ਉਹ ਫਿਰ ਉਹਦੀਆਂ ਗੱਲਾਂ ਕੁਝ ਮੰਨ ਲੈਂਦਾ, ਜੇ ਐਮਐਲਏ ਬਣਨਾ ਚਾਹੁੰਦਾ ਜਾਂ ਉਹ ਐਮਪੀ ਬਣਨਾ ਚਾਹੁੰਦਾ ਜਾਂ ਕੋਈ ਚੇਅਰਮੈਨ ਲੱਗਣਾ ਚਾਹੁੰਦਾ, ਉਹ ਕਿਵੇਂ ਨਾ ਕਿਵੇਂ ਮੰਨ ਲੈਂਦਾ, ਤੇ ਫਿਰ ਪਾਰਟੀ ਨੂੰ ਵੀ ਕਹਿੰਦਾ ਵੀ ਇਹਨੂੰ ਬਣਾਓ, ਠੀਕ ਹੈ ਨਹੀਂ, ਤੇ ਪਾਰਟੀਆਂ ਬਣਾ ਵੀ ਦਿੰਦੀਆਂ ਨੇ। ਇਹ ਸਾਰਿਆਂ 'ਚ ਹੀ ਰਹਿੰਦਾ। ਬਾਕੀ ਜਿਵੇਂ ਘਰ 'ਚ ਮੈਂ ਸਿਆਸਤ ਦੀ ਗੱਲ ਕੀਤੀ ਆ, ਤੁਸੀਂ ਵੇਖ ਲਓ ਵੀ ਵਕੀਲਾਂ ਦੇ ਮੁੰਡੇ ਜ਼ਿਆਦਾ ਵਕੀਲ ਹੋਣਗੇ, ਡਾਕਟਰਾਂ ਦੇ ਮੁੰਡੇ ਜ਼ਿਆਦਾ ਡਾਕਟਰ ਹੋਣਗੇ, ਇਹ ਆਮ। ਲੇਕਿਨ ਮਲੂਕਾ ਸਾਹਿਬ, ਇੱਥੇ ਡਾਕਟਰ ਦੇ ਮੁੰਡੇ ਡਾਕਟਰ, ਵਕੀਲ ਦਾ ਮੁੰਡਾ ਵਕੀਲ, ਪੋਲੀਟੀਸ਼ੀਅਨ ਦਾ ਮੁੰਡਾ ਪੋਲੀਟੀਸ਼ੀਅਨ, ਇਸ ਗੱਲ ਤੇ ਚਰਚਾ ਨਹੀਂ ਹੋ ਰਹੀ। ਇੱਥੇ ਚਰਚਾ ਜਿਹੜੀ ਹੈ, ਜਿਹੜੇ ਲੀਡਰ ਸਵਾਲ ਚੁੱਕ ਰਹੇ ਨੇ, ਉਹ ਕਹਿ ਰਹੇ ਨੇ
ਕਿ ਬਾਦਲ ਪਰਿਵਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਸ ਦਾ ਲਗਾਤਾਰ ਗ੍ਰਾਫ ਡਿੱਗਦਾ ਜਾ ਰਿਹਾ ਹੈ। ਉਹ ਕਹਿੰਦੇ ਨੇ ਕਿ ਪ੍ਰਧਾਨ ਨੂੰ ਚੇਂਜ ਕਰਨ ਦੀ ਲੋੜ ਹੈ। ਜਗਮੀਤ ਬਰਾੜ ਦਾ ਪਿਛਲੇ ਦਿਨਾਂ ਇਸ ਤਰ੍ਹਾਂ ਦਾ ਬਿਆਨ ਆਇਆ ਸੀ। ਹੁਣ ਮੈਂ ਅੱਜ ਕੋਈ ਕਮੈਂਟ ਨਹੀਂ ਕਰਨਾ ਕਿਉਂਕਿ ਉਹਦਾ ਮਸਲਾ ਅਨੁਸ਼ਾਸਨੀ ਕਮੇਟੀ ਕੋਲੇ ਹੈ, ਇਸ ਕਰਕੇ ਮੈਂ ਕਮੈਂਟ ਨਹੀਂ ਕਰਦਾ ਕੋਈ, ਨਹੀਂ ਤਾਂ ਮੈਂ ਕਮੈਂਟ ਕਰ ਸਕਦਾ ਸੀ, ਮੈਂ ਕਰਦਾ ਨਹੀਂ। ਜਿਹੜੀ ਗੱਲ ਦੂਜੀ ਤੁਹਾਨੂੰ ਮੈਂ ਦੱਸਦਾ ਵੀ ਚੱਕਣੇ ਚਾਹੀਦੇ ਸਵਾਲ ਜਾਂ ਕੀ ਹੈ, ਇਹ ਬੰਦੇ ਗਰੰਟੀ ਦੇ ਦੇਣਗੇ ਜਿਹੜਾਂ ਦੀ ਤੁਸੀਂ ਗੱਲ ਕਰਦੇ ਆ, ਚਾਹੇ ਭਾਵੇਂ ਹੋਰ ਵੀ 2-4 ਹੋਣ, ਚੱਲ ਮੈਂ ਕੋਈ ਨਾਂ ਨਹੀਂ ਲੈਂਦਾ, ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ। ਇਹ ਬੰਦੇ ਗਰੰਟੀ ਦੇ ਦੇਣਗੇ ਜੇ ਬਾਦਲ ਫੈਮਿਲੀ ਨੂੰ ਪਾਸੇ ਕਰ ਦਈਏ ਅਕਾਲੀ ਦਲ ਜਿੱਤ ਜੂਗਾ, ਇਹ ਗਰੰਟੀ ਦੇ ਦੇਣਗੇ। ਇਹ ਗਰੰਟੀ ਦੇ ਦੇਣਗੇ ਜੇ ਬਾਦਲ ਫੈਮਿਲੀ ਨੂੰ ਪਾਸੇ ਕਰ ਦਈਏ ਅਕਾਲੀ ਦਲ ਇਕੱਠਾ ਰਹਿ ਜੂਗਾ, ਇਹ ਗਰੰਟੀ ਦੇ ਦੇਣਗੇ ਗਰੰਟੀ ਹੈ। ਲੇਕਿਨ ਉਹ ਅਕਾਲੀ ਦਲ ਨੂੰ ਕਹਿੰਦੇ ਆ ਅਸੀਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦਿੱਲੀ ਦੇ ਵਿੱਚ ਜਿਹੜੀ ਬੈਠਕ ਹੋਈ ਹੈ, ਮਲੂਕਾ ਸਾਹਿਬ, ਦਿੱਲੀ ਵਾਲੀ ਜਿਹੜੀ ਬੈਠਕ ਦੀ ਫੋਟੋਆਂ ਆਈਆਂ ਨੇ, ਸਰਨਾ ਬ੍ਰਦਰਸ ਨਾਲ ਜਿਹੜੀ ਜਗਮੀਤ ਬਰਾੜ ਦੀ ਮੀਟਿੰਗ ਹੋਈ, ਉਸ ਦੇ ਵਿੱਚ ਜੀਕੇ ਸਾਹਿਬ ਵੀ ਬੈਠੇ ਹੋਏ ਸੀ, ਉਸ ਦੇ ਵਿੱਚ ਹਿੱਤ ਸਾਹਿਬ ਵੀ ਬੈਠੇ ਹੋਏ ਸੀ, ਹੋਰ 2 ਲੀਡਰ ਹੋਰ ਬੈਠੇ ਹੋਏ ਸੀ। ਉਹ ਕਹਿੰਦੇ ਆ ਸਾਰੇ ਲੀਡਰਾਂ ਨੂੰ ਇਕੱਠਾ ਕਰੋ ਤਾਂ ਅਕਾਲੀ ਦਲ ਮਜ਼ਬੂਤ ਹੋਊਗਾ। ਅਸੀਂ ਕਦੋਂ ਕਿਹਾ ਲੀਡਰਾਂ ਨੂੰ ਇਕੱਠੇ ਨਾ ਕਰੋ? ਅਸੀਂ ਤਾਂ ਪੈਰੀਂ ਹੱਥ ਲਾਉਣ ਨੂੰ ਤਿਆਰ ਆ, ਹਰ ਇੱਕ ਦੇ ਘਰੇ ਜਾਣ ਨੂੰ ਤਿਆਰ ਆ, ਜਿਹਨੂੰ ਲਿਆਉਣਾ। ਅਸੀਂ ਤਾਂ ਢੀਂਡਸਾ ਸਾਹਿਬ ਦੇ ਘਰੇ ਜਾਣ ਨੂੰ ਤਿਆਰ ਆ, ਰਵਿੰਦਰ ਸਿੰਘ ਦੇ ਸਰਦਾਰ ਦੇ ਬਹੁਤ ਵਧੀਆ ਬੰਦੇ ਨੇ, ਮੈਂ ਉਹਨਾਂ ਦੇ ਘਰੇ ਜਾਣ ਨੂੰ ਤਿਆਰ ਆ। ਸਰਨਾ ਸਾਹਿਬ ਤਾਂ ਆਉਂਦੇ ਹੀ ਨੇ ਪਾਰਟੀਆਂ ਦੇ ਮੀਟਿੰਗ, ਜੀਕੇ ਸਾਹਿਬ ਵੀ ਸਾਰੀਆਂ ਮੀਟਿੰਗਾਂ 'ਚ ਆਉਂਦੇ ਨੇ, ਹਿੱਤ ਸਾਹਿਬ ਵੀ ਆਉਂਦੇ ਨੇ, ਅਸੀਂ ਤਾਂ ਆਪ ਤਿਆਰ ਆ। ਪਰ ਇਹ ਗਰੰਟੀ ਗੱਲ ਤਾਂ ਇਹ ਕਹਿਣ ਨਾ ਸਾਰੇ ਇਕੱਠੇ ਹੋ ਕੇ ਕਿ ਹਾਂ ਅਸੀਂ ਗਰੰਟੀ ਦਿੰਦੇ ਹਾਂ ਕਿ ਜੇ ਬਾਦਲ ਫੈਮਿਲੀ ਨੂੰ ਪਾਸੇ ਕਰ ਦਈਏ ਅਕਾਲੀ ਦਲ ਕਾਮਯਾਬ ਹੋ ਜਾਊਗਾ 100%। ਇਹ ਗਰੰਟੀ ਦੇ ਸਕਦਾ ਕੋਈ ਬੰਦਾ? ਮੈਂ ਕੱਲ ਨੂੰ ਮੈਂ ਹੀ ਕਹਿ ਦਿਆਂ ਵੀ ਮੈਂ ਕਹਿ ਦਿਆਂ ਮਲੂਕਾ ਸਾਹਿਬ ਮੈਂ ਕਹਾਂ ਮੈਂ ਸਾਰੀ ਪਾਰਟੀ ਨੂੰ ਤਕੜਾ ਕਰ ਦੂੰ, ਮੈਂ ਕਿਵੇਂ ਕਰ ਦੂੰਗਾ? ਨਾ ਮੇਰੇ ਇਕੱਲੇ ਆਖੇ, ਪਾਰਟੀ ਤਾਂ ਰਲ ਮਿਲ ਕੇ ਤਕੜੀ ਹੋਏਗੀ ਸਾਰੀ। ਜਦੋਂ ਲੋਕਾਂ ਸਾਰੇ ਅਸੀਂ ਇੱਕਦਮ ਹੋ ਕੇ ਇਕੱਠੇ ਹੋ ਕੇ ਪਵਾਂਗੇ, ਇਕੱਠੇ ਹੋ ਕੇ ਕੰਮ ਕਰਾਂਗੇ, ਪਾਰਟੀ 100% ਤਕੜੀ ਹੋ ਜਾਏਗੀ। ਵੇਖੋ ਬਾਦਲ ਫੈਮਿਲੀ ਤੋਂ ਮੈਂ ਮੰਨ ਲੈਂਦਾ, ਮੇਰੀ ਨਿਗਾਹ ਦੇ ਵਿੱਚ ਤਾਂ ਕੋਈ ਗੱਲ ਹੈ ਨਹੀਂਗੀ, ਪਰ ਮੰਨ ਲਓ ਵੀ ਕਿਤੇ ਨਾ ਕਿਤੇ ਕੋਈ ਗਲਤੀਆਂ ਵੀ ਹੋ ਗਈਆਂ ਹੋਣਗੀਆਂ। ਕਈ ਵਾਰੀ ਕੰਮ ਕਰਦਿਆਂ ਤੋਂ ਜਿਹੜਾ ਕੰਮ ਕਰੂਗਾ ਉਹ ਤੋਂ ਹੀ ਗਲਤੀ ਹੁੰਦੀ ਹੈ। ਪਰ ਜਿੰਨੇ ਕੰਮ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਕੀਤੇ ਆ, ਤੁਸੀਂ ਕਲਮ ਦਵਾਤ ਲੈ ਕੇ ਲਿਖਣ ਲੱਗ ਜਾਓ। ਕਾਂਗਰਸ ਦੇ ਰਾਜ ਦੇ ਵੀ ਕੰਮ ਲਿਖ ਲਓ। ਸਾਨੂੰ ਰਾਜ ਕਰਨ ਦਾ 20 ਸਾਲ ਮੌਕਾ ਮਿਲਿਆ ਪੰਜਾਬ 'ਚ, ਬਾਕੀ ਸਾਰਾ ਸਮਾਂ ਕਾਂਗਰਸ ਨੇ ਕੀਤਾ। ਤੁਸੀਂ ਲਿਖਣ ਲੱਗ ਜਾਓ ਸਾਡੇ 20 ਸਾਲ ਦੇ ਕੰਮ, ਤੇ ਆਪ ਵਾਲੇ ਤਾਂ ਹਲੇ ਨਵੇਂ ਆਏ, ਇਹਨਾਂ ਚੱਪ ਪੈਂਦੇ ਨਹੀਂ। ਕਾਂਗਰਸ ਦੇ ਬਾਕੀ 50-55 ਸਾਲ ਦੇ ਕੰਮ ਤੁਸੀਂ ਲਿਖਣ ਲੱਗ ਜਾਓ। ਜੇ 55 ਸਾਲਾਂ ਦੇ ਕੰਮਾਂ ਦੇ ਉੱਤੇ ਸਾਡੇ 20 ਸਾਲ ਦੇ ਕੰਮ 3 ਗੁਣਾ ਭਾਰੇ ਨਾ ਹੋਏ ਤੇ ਮੈਂ ਰਿਜ਼ਾਈਨ ਕਰ ਦੂੰ ਸਿਆਸਤ ਤੋਂ। ਇੰਨੇ ਕੰਮ ਕੀਤੇ ਆ ਪਾਰਟੀ ਨੇ। ਫਿਰ ਕੰਮਾਂ ਦੇ ਬਾਵਜੂਦ ਮੈਂ ਕਹਿੰਦਾ ਕਿਤੇ ਨਾ ਕਿਤੇ ਵੇਖੋ, ਮੈਂ ਕੋਈ ਮੁਨਕਰ ਨਹੀਂ ਹੁੰਦਾ, ਮੈਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਆ ਕਿ ਜਿਹੜੀ ਏਡੀ ਵੱਡੀ ਸਾਡੀ ਹਾਰ ਹੋਈ ਹੈ, ਕਿਤੇ ਨਾ ਕਿਤੇ ਤਾਂ ਸਾਥੋਂ ਕੋਈ ਕਮੀ ਰਹੀ ਹੈ, ਕਿਤੇ ਨਾ ਕਿਤੇ ਤਾਂ ਸਾਥੋਂ ਕੋਈ ਗਲਤੀ ਹੋਈ ਹੈ, ਜਾਣੇ ਅਣਜਾਣੇ ਦੇ ਵਿੱਚ ਕੁਛ ਨਾ ਕੁਛ ਹੋਇਆ। ਉਹਦੇ ਲਈ ਅਸੀਂ ਪਬਲਿਕ ਤੋਂ ਦੋਨੇ ਹੱਥ ਜੋੜ ਕੇ ਮਾਫੀ ਮੰਗਣ ਨੂੰ ਤਿਆਰ ਹੈ ਵੀ ਜੇ ਕਿਤੇ ਜਾਣੇ ਅਣਜਾਣੇ 'ਚ ਗਲਤੀਆਂ ਹੋਈਆਂ, ਅਸੀਂ ਸੰਗਤ ਤੋਂ ਮਾਫੀ ਮੰਗਦੇ ਹਾਂ। ਅੱਗੇ ਨੂੰ ਸਾਡੀ ਪੂਰੀ ਕੋਸ਼ਿਸ਼ ਹੋਊਗੀ ਕਿ ਇਹ ਗਲਤੀਆਂ ਮੁੜ ਕੇ ਦੁਹਰਾਈਆਂ ਨਾ ਜਾਣ। ਇਸੀ ਗਲਤੀ ਨੂੰ ਲੈ ਕੇ ਕਹਿ ਰਹੇ ਨੇ ਕਿ ਪ੍ਰਧਾਨਗੀ ਦਾ ਉਹਦਾ ਚੇਂਜ ਹੋ ਜੇ। ਤੁਸੀਂ ਇਸ ਗੱਲ ਨਾਲ ਕਿਆ ਸਹਿਮਤੀ ਰੱਖਦੇ ਹੋ ਕਿ ਹੁਣ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਬਣੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਖੁਦ ਹੀ ਉਹਦਾ ਛੱਡ ਦੇਣਾ ਚਾਹੀਦਾ? ਮੈਂ ਇਸ ਗੱਲ ਤੇ ਸਹਿਮਤ ਨਹੀਂ ਹੁੰਦਾ ਕਿ ਲੋਕਾਂ ਦੇ ਦਬਾਅ ਥੱਲੇ ਪ੍ਰਧਾਨਗੀ ਦਾ ਉਹਦਾ ਛੱਡਿਆ ਜਾਵੇ। ਜੇ ਪਾਰਟੀ ਪ੍ਰਧਾਨ ਨਾ ਕਾਮਯਾਬ ਹੋਊਗਾ ਤਾਂ ਆਪੇ ਪਾਸੇ ਹੋ ਜਾਊਗਾ। ਦਬਾਅ ਥੱਲੇ ਕਿਸੇ ਦੇ ਜਾਂ ਕਿਸੇ 4 ਬੰਦਿਆਂ ਦੇ ਕਹਿਣ ਤੇ ਉਹਦਾ ਨਹੀਂ ਛੱਡਿਆ ਜਾਂਦਾ ਹੁੰਦਾ। ਵੇਖੋ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਆਪਾਂ ਮੰਨ ਲਓ ਵੀ 100 ਬੰਦਾ ਹੈ ਸੀ ਜਿਹੜਾ ਅਕਾਲੀ ਦਲ ਨੂੰ ਚਲਾਉਣਾ, ਆਪਾਂ ਇੱਕ ਮੰਨ ਲਓ 100 ਮੰਨ ਲਓ, ਚਲ ਬੰਦਾ ਤਾਂ ਹਜ਼ਾਰਾਂ ਹੈ ਪਰ ਅਸੀਂ 100 ਮੰਨ ਲਓ ਮੁੱਢ। 100 ਚੋਂ ਜੇ 3 ਬੰਦੇ ਕਹਿੰਦੇ ਆ ਸੁਖਬੀਰ ਨਹੀਂ ਠੀਕ, 97 ਕਹਿੰਦੇ ਆ ਠੀਕ, ਫਿਰ ਕਿਹੜੀ ਗੱਲ ਠੀਕ ਹੋਈ ਡੈਮੋਕ੍ਰੇਸੀ ਦੇ ਵਿੱਚ? ਤੁਸੀਂ ਦੱਸੋ, ਬੋਲੋ। ਜਿੱਥੇ ਇਕੱਠ ਹੋਊਗਾ 97 ਵਾਲੀ ਠੀਕ ਹੋਈ ਨਾ, ਤੇ ਫਿਰ 97 ਵਾਲਿਆਂ ਦੀ ਮੰਨ ਲੈਣੀ ਚਾਹੀਦੀ 3 ਬੰਦਿਆਂ ਨੂੰ। 97 ਗਲਤ ਤਾਂ ਨਹੀਂ ਹੋ ਸਕਦੇ। ਲੇਕਿਨ 97 ਨੂੰ ਲੈ ਕੇ ਇਹ ਵੀ ਸਵਾਲ ਕੀਤੇ ਜਾਂਦੇ ਨੇ ਕਿ ਆ ਤੇ ਉਹਨਾਂ ਦੇ ਹੀ ਨੇ, ਇਹ ਕਦੇ ਵਿਰੋਧ ਦੇ ਵਿੱਚ ਨਹੀਂ ਖੜੇ ਹੋਣ। ਦੂਜਿਆਂ ਨੂੰ ਫਿਰ ਅਸੀਂ ਕੀ ਕਰੀਏ? ਦੂਜਿਆਂ ਨੂੰ ਕੀ ਕਹੀਏ? ਅਸੀਂ ਤਾਂ ਚਲੋ ਉਹਨਾਂ ਦੇ, ਦੂਜਿਆਂ ਨੂੰ ਅਸੀਂ ਕੀ ਕਹੀਏ ਵੀ ਨਹੀਂ ਉਹਨਾਂ ਦੇ, ਇਹ ਕਹੀਏ ਦੂਜਿਆਂ ਨੂੰ? ਹੁਣ ਅਸੀਂ ਇਹ ਕਹੀਏ ਮੂੰਹੋਂ ਵੀ ਇਹ ਸਾਡੇ ਨਹੀਂ ਹੈਗੇ? ਮੈਂ ਤਾਂ ਉਹਨਾਂ ਨੂੰ ਵੀ ਨਹੀਂ ਕਹਿੰਦਾ ਵੀ ਸਾਡੇ ਨਹੀਂ ਹੈਗੇ, ਮੈਂ ਤਾਂ ਕਹਿੰਦਾ ਉਹ ਵੀ ਸਾਡੇ ਹੀ ਹੈ। ਚਲੋ 2 ਨਾਂ ਤੇ ਤੁਸੀਂ ਕਲੀਅਰ ਕਰਤੇ, 2 ਹੋਰ ਨਾਂ ਵੀ ਦੱਸ ਦਿਓ, 2 ਹੋਰ ਕਿਹੜੇ ਨਾਂ? ਮੈਂ ਕੋਈ ਨਾਂ ਨਹੀਂ ਕਲੀਅਰ ਕੀਤਾ, ਮੈਂ ਤਾਂ ਕਿਹਾ ਵੀ ਵੇਖੋ ਪਤਾ ਤਾਂ ਗੱਲਾਂ ਦਾ ਵੇਖੋ ਸਾਰਾ ਪ੍ਰੈਸ ਨੂੰ ਵੀ ਹੈ, ਸਾਨੂੰ ਵੀ ਹੈ, ਸਾਰੀ ਪਾਰਟੀ ਨੂੰ ਵੀ ਹੈ। ਸਾਡੀ ਕੋਸ਼ਿਸ਼ ਹੋਏਗੀ ਪਾਰਟੀ ਦੇ ਵਿੱਚ, ਜੇ ਪਾਰਟੀ ਦੇ ਵਿੱਚ ਕੋਈ ਕਿਵੇਂ ਨਾ ਕਿਵੇਂ ਚਲੋ ਜੇ ਕੋਈ ਗੱਲ ਨਿੱਕੀ ਮੋਟੀ ਹੋਈ ਵੀ ਹੈ ਉਹਨੂੰ ਵੀ ਇਗਨੋਰ ਕਰਕੇ ਜੇ ਪਾਰਟੀ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਜਿਹੜਾ ਵੀ ਤੁਰਨਾ ਚਾਹੁੰਦਾ ਅਸੀਂ ਤੋਰਾਂਗੇ। ਬਿਲਕੁਲ, ਦੇਖੋ ਸਿੱਧੇ ਤੌਰ ਤੇ ਸਿਕੰਦਰ ਸਿੰਘ ਮਲੂਕਾ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਜਿਹੜਾ ਵੀ ਪਾਰਟੀ ਨਾਲ ਤੁਰਨਾ ਚਾਹੁੰਦਾ ਹੈ, ਪਾਰਟੀ ਦਾ ਅਨੁਸ਼ਾਸਨ ਭੰਗ ਨਾ ਕਰੇ, ਪਾਰਟੀ ਪਲੇਟਫਾਰਮ ਤੇ ਆ ਕੇ ਗੱਲ ਕਰੇ, ਅਸੀਂ ਉਸ ਨੂੰ ਆਪਣੇ ਨਾਲ ਜੋੜੇ ਰੱਖਾਂਗੇ। ਹਾਲਾਂਕਿ 4 ਲੀਡਰਾਂ ਦੇ ਖਿਲਾਫ ਵੱਡੀਆਂ ਸ਼ਿਕਾਇਤਾਂ ਆਈਆਂ ਨੇ ਜਿਨ੍ਹਾਂ ਦੇ ਉੱਪਰ ਅੱਜ ਮੰਥਨ ਕੀਤਾ ਗਿਆ ਹੈ। ਅਗਲੇ ਹਫਤੇ ਜਾਂ 10 ਦਿਨਾਂ ਬਾਅਦ ਦੁਬਾਰਾ ਤੋਂ ਮੀਟਿੰਗ ਸੱਦੀ ਜਾਊਗੀ ਜਿਸ ਦੇ ਵਿੱਚ ਇਹ ਫੈਸਲਾ ਹੋਊਗਾ ਕਿ ਇਹਨਾਂ ਨੂੰ ਟੈਲੀਫੋਨਿਕ ਰਾਹੀਂ ਜਾਂ ਫਿਰ ਨੋਟਿਸ ਭੇਜ ਕੇ ਸੱਦਾ ਦਿੱਤਾ ਜਾਏ ਕਿ ਆਓ ਸਪਸ਼ਟੀਕਰਨ ਦਿਓ ਕਿ ਤੁਹਾਡੇ ਖਿਲਾਫ ਆ ਸ਼ਿਕਾਇਤ ਆਈ ਹੈ।
ਉਸ ਸਪਸ਼ਟੀਕਰਨ ਦੇ ਆਧਾਰ ਤੇ ਤੈਅ ਹੋਊਗਾ ਕਿ ਕਿਆ ਇਨ ਲੀਡਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ, ਔਰ ਅਗਰ ਕਾਰਵਾਈ ਹੋਏਗੀ ਤੇ ਫਿਰ ਇਹ ਵੀ ਹੋ ਸਕਦਾ ਹੈ ਕਿ ਇਨ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਏ, ਕਿਉਂਕਿ ਅੱਜ ਅਕਾਲੀ ਦਲ ਸਪਸ਼ਟ ਕਰ ਚੁੱਕਿਆ ਹੈ ਕਿ ਜੋ ਵੀ ਪਾਰਟੀ ਨੂੰ ਢਾਹ ਲਾਊਗਾ, ਜੋ ਵੀ ਪਾਰਟੀ ਦਾ ਅਨੁਸ਼ਾਸਨ ਭੰਗ ਕਰੂਗਾ, ਉਸ ਦੇ ਖਿਲਾਫ ਹੁਣ ਕਾਰਵਾਈ ਹੋਊਗੀ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 9643503221।